ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਹੋਏ ਜਾ ਰਹੇ ਨੇ, ਤੇ ਇੱਕ ਮੱਛੀ ਫੜਨ ਵਾਲਾ ਮਛੇੜਾ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਮੱਛੀਆਂ ਫੜਦਾ ਪਿਆ ਹੈ ਤੇ ਉਹਦਾ ਕਿੱਤਾ ਹੈ। ਮਰਦਾਨਾ ਜੀ ਦੇ ਮਨ 'ਚ ਸਵਾਲ ਉੱਠਿਆ ਵੀ ਕਿੰਨਾ ਪਾਪੀ ਹੈ, ਜੀਵ ਹੱਤਿਆ ਕਰਦਾ ਪਿਆ, ਕਿ ਮੱਛੀ ਫੜ ਕੇ ਬਾਹਰ ਸਿੱਟਦਾ ਤੇ ਬਾਹਰ ਆ ਗਈ ਜਲ ਤੋਂ ਤੇ ਮਰ ਗਈ, ਕਿਉਂਕਿ ਜੀਵਨ ਉਹਦਾ ਕਿਹਦੇ ਨਾਲ ਹੈ? ਪਾਣੀ ਦੇ ਨਾਲ, ਜਲ ਦੇ ਨਾਲ ਉਹਦਾ ਸੰਬੰਧ ਹੈ। ਤੇ ਜਲ ਦੇ ਵਿੱਚ ਉਹ ਰਹਿ ਕਰਕੇ ਆਪਣੇ ਆਪ ਨੂੰ ਜੀਵਤ ਸਮਝਦੀ ਹੈ। ਤੇ ਇਹੀ ਗੁਰੂ ਸਵਾਰਿਓ ਪ੍ਰੀਤ ਸਾਨੂੰ ਵੀ ਕਹੀ ਗਈ ਹੈ ਵੀ ਕਿਤੇ ਸਾਡੀ ਪ੍ਰੀਤ ਵੀ ਇਸ ਮਛਲੀ ਦੀ ਤਰ੍ਹਾਂ ਬਣ ਜਾਵੇ। ਹੁਣ ਗੁਰੂ ਸਵਾਰਿਓ ਮਰਦਾਨਾ ਜੀ ਨੇ ਸਵਾਲ ਕੀਤਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਲਿਆ ਕੀ ਦੇਖਦਾ ਪਿਆ? ਕਦੀ ਉਹਦਾ ਜਾਲ ਦੇਖਦਾ ਪਿਆ, ਕਦੀ ਮਨੱਕੜੇ ਭਾਵ ਉਹਦੇ ਜਿਹੜੇ ਮਣਕੇ ਲਾਏ ਹੋਏ ਨੇ ਲੋਹੇ ਦੇ ਭਾਰੇ, ਉਹਨੂੰ ਦੇਖਦਾ ਪਿਆ। ਕਹਿੰਦੀ ਇਸ ਨੂੰ ਨਾ ਦੇਖ, ਸੁਰਤ ਨੂੰ ਘੁਮਾ ਥੋੜ੍ਹਾ ਜਿਹਾ, ਸੁਰਤ ਨੂੰ ਟਿਕਾਉਣਾ ਕਰ। ਜਿਹੜੀ ਤੂੰ ਗੱਲ ਕਰਦਾ ਵੀ ਮੱਛੀ, ਤੇ ਜਿਹੜੀ ਤੂੰ ਗੱਲ ਕਰਦਾ ਪਾਣੀ ਦੇ ਵਿੱਚ ਉਹ ਜਾਲ ਪਾਉਂਦਾ ਪਿਆ ਏ, ਨਾਲ ਮਣਕੜੇ ਲੱਗੇ ਨੇ। ਕਹਿੰਦੇ ਨਹੀਂ। ਫਿਰ ਸਾਹਿਬ ਜੀ ਨੇ ਜਵਾਬ ਦੇ ਵਿੱਚ ਕਹਿਣਾ ਕੀਤਾ, ਕਹਿੰਦੇ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਕਹਿੰਦੇ ਆਪੇ ਹੀ ਉਹ ਮੱਛੀ ਹੈ। ਮੱਛੀ 'ਚ ਕੌਣ ਵਸਦਾ ਹੈ? ਆਤਮਾ ਹੈ। ਤੇ ਆਤਮਾ ਕਿਹਦੀ ਅੰਸ਼ ਹੈ? ਪਰਮਾਤਮਾ ਦੀ। ਹੁਣ ਮੱਛੀ ਨੂੰ ਜੀਵਨ ਦੇਣ ਵਾਲਾ ਕੌਣ ਹੈ? ਪਰਮਾਤਮਾ। ਪਰ ਜੀ ਮੱਛੀ ਨੂੰ ਆਹਾਰ ਦੇਣ ਵਾਲਾ ਕੌਣ ਹੈ? ਪਰਮਾਤਮਾ। ਜੇ ਗੁਰੂ ਸਵਾਰਿਓ ਅਸੀਂ ਕਹੀਏ ਜਲ ਦੀ ਗੱਲ ਕਰੀਏ, ਫਿਰ ਆਪਾਂ ਤੇ ਕੋਈ ਅੱਜ ਤੱਕ ਤਕਨੀਕ ਨਹੀਂ ਬਣੀ ਵੀ ਜੇ ਕੋਈ ਕਵੇ ਵੀ ਅੱਜ ਕਿਸੇ ਫਲਾਣੇ ਸਾਇੰਸਦਾਨ ਨੇ ਸਮੁੰਦਰ ਬਣਾਤਾ, ਫਲਾਣੇ ਕਿਸੇ ਸਿਆਣੇ ਨੇ ਅੱਜ ਆਹ ਨਦੀ ਕੱਢ ਦਿੱਤੀ, ਆਹ ਨਦੀਆਂ, ਇਹ ਸਾਗਰ, ਇਹ ਸਮੁੰਦਰ ਬਣਾਉਣ ਵਾਲਾ ਕੌਣ ਹੈ? ਜਲ ਤੇ ਥਲ ਮਹੀਲ, ਇਹਨਾਂ ਦੇ ਵਿੱਚ ਜਿਹੜਾ ਗੁਪਤ ਵਰਤ ਰਿਹਾ ਹੈ ਕੌਣ ਹੈ? ਗੁਰੂ ਸਵਾਰਿਓ ਪਰਮੇਸ਼ਰ ਪਰਮਾਤਮਾ ਨਿਰੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮਝਾਉਣ ਦੇ ਲਈ ਸਾਨੂੰ ਸਪਸ਼ਟ ਕੀਤਾ, ਕਹਿੰਦੇ ਉਹ ਪਰਮਾਤਮਾ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪ ਹੀ ਉਹ ਪਾਣੀ ਤੇ ਆਪ ਹੀ ਜਾਲ ਹੈ। ਹੁਣ ਜਾਲ ਕਿਵੇਂ ਹੋਇਆ? ਆਪ। ਹੁਣ ਗੁਰੂ ਸਵਾਰੀ ਆਖਾਂ ਵੀ ਜਾਲ ਤਾਂ ਕਿਸੇ ਤੰਦ ਦਾ ਬਣਿਆ, ਵੀ ਕਿਸੇ ਰੱਸੀ ਦਾ ਬਣਿਆ ਹੈ, ਤੇ ਹੁਣ ਜੇ ਉਹਦੇ ਰੱਸੀ ਦਾ ਪਿਛੋਕੜ ਦੇਖੀਏ ਕਿੱਥੋਂ ਆਈ? ਉਹਨੂੰ ਰੱਸੀ ਬਣਾਉਣ ਵਾਲਾ ਕੌਣ ਸੀ? ਜੇ ਆਪਾਂ ਗੱਲ ਕਰੀਏ ਜਿਹੜੇ ਮਨੱਕੜੇ ਮਣਕਿਆਂ ਦੀ ਗੱਲ ਕੀਤੀ ਜਾ ਰਹੀ ਹੈ, ਮਣਕੇ ਵੀ ਤਾਂ ਕਿਸੇ ਲੋਹੇ ਕੇ ਪੱਥਰ ਤੋਂ ਬਣੇ। ਹੁਣ ਲੋਹਾ ਪੱਥਰ ਪੈਦਾ ਕਰਨ ਵਾਲਾ ਕੋਈ ਇਨਸਾਨ ਤਾਂ ਪੈਦਾ ਹੋਇਆ ਨਹੀਂ ਅੱਜ ਤੱਕ। ਲੋਹਾ ਪੱਥਰ ਜਾਲ ਭਾਵ ਰੱਸੀ ਨੂੰ ਪੈਦਾ ਕਰਨ ਵਾਲਾ ਕੋਈ ਇਨਸਾਨ ਨਹੀਂ ਪੈਦਾ ਹੋਇਆ। ਗੁਰੂ ਸਵਾਰਿਓ ਪਰਮਾਤਮਾ ਨੇ ਇਹ ਸਭ ਕੁਝ ਬਣਾਇਆ। ਤੇ ਜੇ ਇਹਨੂੰ ਕੋਈ ਵਰਤ ਰਿਹਾ ਹੈ, ਜੇ ਇਹਦੀ ਕੋਈ ਵਰਤੋਂ ਕਰਦਾ ਪਿਆ ਹੈ, ਭਾਵ ਮਨੁੱਖ, ਜਿਹੜਾ ਮਨੁੱਖ ਮੱਛੀ ਫੜਦਾ ਪਿਆ ਹੈ, ਤੇ ਉਹ ਕੌਣ ਹੈ? ਸਾਹਿਬ ਕਹਿੰਦੇ ਸਭ ਕੁਝ ਆਪੇ ਹੀ ਵਰਤ ਰਿਹਾ ਹੈ, ਆਪ ਹੀ ਸਭਨਾਂ ਦੇ ਵਿੱਚ ਉਹ ਸਮਾ ਕੇ ਆਪ ਹੀ ਸਭ ਕੁਝ ਕਰ ਕਰਾ ਰਿਹਾ ਹੈ। ਉਸ ਤੋਂ ਬਾਹਰ ਕੁਝ ਨਹੀਂ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਜਾਲ ਵੀ ਉਹ ਆਪ ਹੈ। ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਹੁਣ ਜਾਲ ਵੀ ਆਪ ਤੇ ਮਣਕੜਾ ਭਾਵ ਜਿਹੜੇ ਮਣਕੇ, ਕਿਉਂਕਿ ਜਾਲ ਨੂੰ ਜਦੋਂ ਸਮੁੰਦਰ ਵਿੱਚ ਮੱਛੀਆਂ ਫੜਨ ਵਾਸਤੇ ਸਿੱਟਿਆ ਜਾਂਦਾ ਹੈ ਨਾ, ਆਪ ਸੂਝਵਾਨ ਹੋ ਵੀ ਇੱਕ ਬਣਤਰ ਹੈ ਜਾਲ ਦੀ, ਤੇ ਉਹਦੀਆਂ ਸਾਈਡਾਂ 'ਤੇ ਕੁਝ ਲੋਹੇ ਦੇ ਭਾਰੀ ਭਾਰੀ ਮਣਕੇ ਬਣਾ ਕੇ ਲਾ ਦਿੱਤੇ ਜਾਂਦੇ ਨੇ, ਵੀ ਜਦੋਂ ਸਿੱਟਿਆ ਜਾਵੇ, ਜਿੱਥੇ ਸਿੱਟਿਆ ਜਾਵੇ ਉੱਥੇ ਹੀ ਬੈਠ ਜਾਵੇ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਸਵਾਰਿਓ ਦੇਖੋ ਧਿਆਨ ਦੇਣ ਜੋ ਗੱਲ ਜੇ, ਵੀ ਸਾਨੂੰ ਸਮਝਾਉਣ ਦਾ ਜਿਹੜਾ ਯਤਨ ਕੀਤਾ ਹੈ ਨਾ, ਉਹ ਸੰਸਾਰਕ ਪਦਾਰਥਾਂ, ਸੰਸਾਰਕ ਜੀਵ ਦੀ ਰਹਿਣੀ ਬਹਿਣੀ ਤੋਂ ਹੀ ਸਾਨੂੰ ਸਮਝਾਇਆ ਹੈ, ਵੀ ਲੋਕਾਈ ਨੂੰ ਬੜੇ ਸੌਖੇ ਢੰਗ ਤਰੀਕੇ ਦੇ ਨਾਲ ਸਮਝ ਲੱਗ ਜਾਵੇ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਰਿਦੁਆਰ ਤੋਂ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਹਰਿਦੁਆਰ ਆਏ। ਇੱਥੇ ਕੁਝ ਬ੍ਰਾਹਮਣਾ ਕੁਝ ਪੰਡਤ ਜਿਹੜੇ ਗਿਆਨਵਾਨ ਸਨ, ਸੂਝਵਾਨ ਸਨ, ਇਹਨਾਂ ਨਾਲ ਚਰਚਾ ਹੋਈ। ਇਹਨਾਂ ਕਿਹਾ ਵੀ ਇੰਨੇ ਵੇਦ ਸ਼ਾਸਤਰ ਨੇ, ਇਹਨਾਂ ਕੁਝ ਸੰਸਾਰ ਦੇ ਅੰਦਰ ਹੈ, ਆ ਫਿਰ ਗੁਰੂ ਨਾਨਕ ਦੇਵ ਜੀ ਨੂੰ ਕੀ ਲੋੜ ਪਈ ਵੀ ਆ ਜਟਗੀ ਜੀ ਬੋਲੀ ਦੇ ਅੰਦਰ ਬੜੇ ਸਧਾਰਨ ਜੇ ਤਰੀਕੇ ਦੇ ਨਾਲ ਬਾਣੀ ਉਚਾਰੀ, ਵੀ ਕਿਉਂ ਲੋੜ ਪਈ? ਇੰਨਾ ਕੁਝ ਤੇ ਹੈਗਾ। ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਣ ਦਾ ਯਤਨ ਕੀਤਾ। ਸਾਹਿਬ ਜੀ ਨੇ ਆਖਣਾ ਕੀਤਾ ਵੀ ਧਿਆਨ ਦਿਓ ਜਰਾ, ਵੀ ਤੁਸੀਂ ਕਿਹਾ ਵੀ ਕਿਉਂ ਲੋੜ ਪਈ? ਕਹਿੰਦੇ ਇਸ ਸੰਸਾਰ ਦੇ ਅੰਦਰ ਵਰਖਾ ਹੁੰਦੀ ਹੈ ਜਿਹੜੀ ਪਰਮੇਸ਼ਰ ਪਰਮਾਤਮਾ ਦੇ ਘਰ ਤੋਂ ਆਉਂਦੀ ਹੈ, ਜਿਹਨੂੰ ਵਰਖਾ ਨੂੰ ਭੇਜਣ ਦੀ ਸਮਰੱਥਾ ਵੀ ਪਰਮਾਤਮਾ ਪਰਮੇਸ਼ਰ ਨੇ ਆਪਣੇ ਹੱਥ ਰੱਖੀ ਹੋਈ ਹੈ। ਮਨੁੱਖ ਭਾਵੇਂ ਲੱਖ ਯਤਨ ਕਰੇ ਵੀ ਕੋਈ ਢੰਗ ਤਰੀਕੇ ਵਰਤੇ, ਕੋਈ ਜੱਗ ਲਾਉਂਦਾ ਹੈ, ਕੋਈ ਗੁੱਡੀਆਂ ਫੂਕਦਾ ਹੈ ਵੀ ਵਰਖਾ ਹੋਵੇ, ਪਰ ਨਹੀਂ, ਸਮਰੱਥਾ ਉਹਦੇ ਹੱਥ ਹੈ। ਜਦੋਂ ਉਹਨੂੰ ਪਾਉਣਾ ਹੈ ਨਾ, ਉਹਨੇ ਉਦੋਂ ਦੇਣੀ। ਹੁਣ ਕਹਿੰਦੇ ਵਰਖਾ ਹੁੰਦੀ ਹੈ, ਕਿਉਂ ਲੋੜ ਪੈਂਦੀ ਹੈ ਇਸ ਵਰਖਾ ਦੀ? ਕਿ ਧਰਤੀ ਦੇ ਵਿੱਚ ਪਾਣੀ ਨਹੀਂ? ਧਰਤੀ ਤੇ ਇੰਨੇ ਸਮੁੰਦਰ, ਇੰਨੇ ਟੋਭੇ, ਇੰਨੇ ਟਿਊਬਵੈੱਲ, ਇੰਨੇ ਖੂਹ ਨੇ। ਧਰਤੀ ਤੇ ਇੰਨਾ ਖੂਹ ਹੈ, ਫਿਰ ਕਿਉਂ ਲੋੜ ਆ ਵਰਖਾ ਦੀ? ਕਿਉਂ ਲੋੜ ਹੋ ਰਹੀ ਹੈ? ਸਾਹਿਬ ਜੀ ਸਮਝਾਉਣ ਲੱਗੇ, ਕਹਿਣ ਲੱਗੇ ਵੀ ਦੇਖੋ, ਆ ਜਿਹੜੇ ਤੁਸੀਂ ਵੇਦਾਂ ਸ਼ਾਸਤਰਾਂ ਦੀ ਗੱਲ ਕਰਦੇ ਜੇ ਨਾ, ਆਹ ਤੁਹਾਨੂੰ ਫਿਰ ਜਟਕੀ ਬੋਲੀ 'ਚ ਹੀ ਸਮਝਾਉਂਦੇ ਆ ਵੀ ਤੁਹਾਡੇ ਆ ਜਿਹੜੇ ਖੂਹ ਇੰਨੇ ਨੇ, ਜਿਹੜਾ ਪਾਣੀ ਹੈ, ਇਹ ਦੱਸੋ ਇਹਨਾਂ ਨੂੰ ਵਰਤ ਕੌਣ ਕੌਣ ਸਕਦਾ ਹੈ? ਜਿਹੜੇ ਸਰੋਤ ਨੇ ਪਾਣੀ ਦੇ, ਟਿਊਬਵੈੱਲ ਲਾ ਕੇ ਧਰਤੀ 'ਚੋਂ ਪਾਣੀ ਕੱਢ ਲੈਣਾ, ਕੋਈ ਪਾਣੀ ਇਹ ਧਰਤੀ 'ਚ ਹੈਗਾ ਹੀ ਹੈ। ਕਹਿੰਦੇ ਵੀ ਜਿਨ੍ਹਾਂ ਕੋਲ ਪੈਸਾ ਹੈ, ਜਿਹੜੇ ਤਾਕਤਵਰ ਨੇ, ਜਿਨ੍ਹਾਂ ਕੋਲ ਗਿਆਨ ਆ, ਉਹ ਜੁਗਤ ਲੜਾਉਣਗੇ, ਬੋਰ ਕਰਾਉਣਗੇ, ਖੂਹ ਪੱਟਣਗੇ ਤੇ ਕੱਢ ਲੈਣਗੇ, ਵੀ ਉਹ ਵਰਤ ਲੈਣਗੇ ਇਸ ਦਾ। ਤੇ ਕਹਿੰਦੇ ਹੋਰ, ਕਹਿੰਦੇ ਫਿਰ ਜਾਂ ਜਿਹੜੇ ਉੱਚ ਜਾਤੀ ਦੇ ਲੋਕ ਨੇ ਉਹ ਵਰਤਦੇ ਨੇ। ਕਹਿੰਦੇ ਇਸ ਤਰ੍ਹਾਂ ਹੀ ਤੁਹਾਡੇ ਵੇਦਾਂ ਸ਼ਾਸਤਰਾਂ ਦਾ ਹਿਸਾਬ ਕਿਤਾਬ ਬਣਿਆ ਹੋਇਆ ਵੀ ਇਹਨੂੰ ਤਾਂ ਜਿਹੜੇ ਉੱਚ ਜਾਤੀ ਦੇ ਬ੍ਰਾਹਮਣ ਲੋਕ ਨੇ ਉਹ ਪੜ੍ਹਦੇ ਨੇ, ਇਸਤਰੀ ਨੂੰ ਇਹਨੂੰ ਨਹੀਂ ਪੜ੍ਹਨ ਦਿੱਤਾ ਜਾਂਦਾ, ਸ਼ੂਦਰ ਨੂੰ ਇਹਨੂੰ ਨਹੀਂ ਪੜ੍ਹਨ ਦਿੱਤਾ ਜਾਂਦਾ। ਇਸ ਕਰਕੇ ਵੀ ਇਹ ਤਾਂ ਰਹਿ ਗਏ ਫਿਰ, ਵੀ ਇਹਨਾਂ ਨੂੰ ਤਾਂ ਗਿਆਨ ਪ੍ਰਾਪਤ ਹੋਏਗਾ ਹੀ ਨਹੀਂ। ਤੇ ਇਸ ਕਰਕੇ ਜਿਹੜੇ ਤੁਸੀਂ ਗੱਲ ਕਰਦੇ ਹੋ ਵਰਖਾ ਦੀ ਕਿ ਲੋੜ ਹੈ, ਜਦੋਂ ਵਰਖਾ ਪੈਂਦੀ ਹੈ ਨਾ ਉਹ ਅਮੀਰ ਦੇਖੇ, ਨਾ ਉਹ ਗਰੀਬ ਦੇਖੇ, ਨਾ ਉਹ ਉੱਚਾ ਦੇਖੇ, ਨਾ ਉਹ ਨੀਵਾਂ ਦੇਖੇ। ਭਾਵੇਂ ਹੋਏ ਟਿੱਬਾ, ਭਾਵੇਂ ਹੋਏ ਨੀਵਾਂ, ਭਾਵੇਂ ਅਮੀਰ ਦੀ, ਭਾਵੇਂ ਗਰੀਬ ਦੀ, ਵਰਖਾ ਇੱਕ ਸਮਾਨ ਸਭਨਾਂ ਦੇ ਉੱਪਰ ਆਪਣੇ ਜਲ ਨੂੰ ਪਾਉਣਾ ਕਰਦੀ, ਤੇ ਜਲ ਰਾਹੀਂ ਧਰਤੀ ਨੂੰ ਸੁਖੈਣ ਮਿਲਦਾ ਹੈ, ਸੁੱਖ ਮਿਲਦਾ ਹੈ, ਆਨੰਦ ਮਿਲਦਾ ਹੈ। ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ, ਜਿਹਨੂੰ ਹਰ ਕੋਈ ਪੜ੍ਹ ਸਕਦਾ ਹੈ, ਜਿਹਨੂੰ ਇਸਤਰੀ ਪੜ੍ਹੇ, ਛੋਟਾ ਪੜ੍ਹੇ, ਵੱਡਾ ਪੜ੍ਹੇ, ਉੱਚਾ ਪੜ੍ਹੇ, ਨੀਵਾਂ ਪੜ੍ਹੇ, ਸਾਰੇ ਪੜ੍ਹ ਸਕਦੇ ਨੇ। ਇਸ ਕਰਕੇ ਵੀ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਨਾ ਪਵੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਸੰਸਾਰ ਦੀਆਂ ਵਸਤਾਂ ਦੇ ਉੱਪਰ ਆ ਮਨਕੜੇ ਜਾਲ, ਇਹ ਸੰਸਾਰ ਦੀਆਂ ਗੱਲਾਂ ਨੇ ਨਾ, ਤੇ ਸਾਹਿਬ ਜੀ ਨੇ ਇਹਨਾਂ ਦੀਆਂ ਉਦਾਹਰਨਾਂ ਲੈ ਕੇ ਸਾਨੂੰ ਸਮਝਾ ਦਿੱਤਾ। ਪਰ ਗੁਰੂ ਸਵਾਰੀ ਜੇ ਸਾਨੂੰ ਸਮਝ ਨਾ ਲੱਗੇ, ਹੁਣ ਆਪਾਂ ਇਹ ਸਮਝ ਨਾ ਸਕੀਏ ਵੀ ਆਪੇ ਮਾਛੀ ਮਛਲੀ, ਹੁਣ ਇਹ ਗੱਲ ਸਮਝਣ ਵਾਸਤੇ ਸਾਨੂੰ ਆਪਣੇ ਅੰਦਰ ਵੀ ਜਾਣਾ ਪਵੇਗਾ ਵੀ ਪਰਮਾਤਮਾ ਜਿਹੜਾ ਨਿਰੰਕਾਰ ਹੈ ਉਹ ਆਪੇ ਹੀ ਕਰਨ ਕਰਾਉਣ ਵਾਲਾ ਹੈ। ਜੇ ਆਪੇ ਕਰਨ ਕਰਾਉਣ ਵਾਲਾ ਸਭਨਾਂ ਦੇ ਵਿੱਚ ਸਮਾਇਆ ਹੋਇਆ ਹੈ, ਤੇ ਫਿਰ ਸਾਡੀ ਰਸਨਾ ਤੋਂ ਇਹ ਗੱਲ ਕਿਉਂ ਨਹੀਂ ਉਚਾਰਨ ਹੁੰਦੀ, ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਵੀ ਕਿਉਂ ਨਹੀਂ ਸਾਡੇ ਮਨ 'ਚ ਇਹ ਗੱਲ ਆਉਂਦੀ ਵੀ ਬੁਰਾ ਭਲਾ ਕਿਹਨੂੰ ਕਹੀਏ? ਪਰ ਗੁਰੂ ਸਵਾਰੇ ਬੁਰਾ ਭਲਾ ਕਹਿਣ ਲੱਗਿਆ ਆਪਾਂ ਰਤਕ ਮਾਤਰ ਵੀ ਨਹੀਂ ਸੋਚਦੇ, ਸ਼ੁਰੂ ਹੁੰਨੇ ਆ ਤੇ ਐਂਡ ਕਰਕੇ ਹੀ ਸਮਾਪਤੀ ਕਰਦੇ ਆ। ਈਰਖਾ ਕਰਨ ਲੱਗੇ ਤੇ ਗੁਰੂ ਸਵਾਰੇ ਕਦੀ ਨਹੀਂ ਸੋਚਿਆ ਵੀ ਨਹੀਂ, ਈਰਖਾ ਨਹੀਂ ਕਰਨੀ ਕਿਸੇ ਦੇ ਨਾਲ, ਨਿੰਦਿਆ ਨਹੀਂ ਕਰਨੀ ਕਿਸੇ ਦੇ ਨਾਲ। ਪਰ ਗੁਰੂ ਸਵਾਰਿਓ ਨਹੀਂ, ਅਸੀਂ ਇਹ ਗੱਲ ਨੂੰ ਸਮਝਿਆ ਹੀ ਨਹੀਂ, ਜਾਣਿਆ ਹੀ ਨਹੀਂ ਵੀ ਪ੍ਰਮਾਤਮਾ ਦਾ ਵਾਸਾ ਹੈ। ਪ੍ਰਮਾਤਮਾ ਨਿਕਟ ਵਰਤਦਾ ਪਿਆ ਏ, ਉਹ ਦੂਰ ਨਹੀਂ, ਨਿਕਟ ਵਸੈ ਨਾਹੀ ਪ੍ਰਭ ਦੂਰ।
ਹੁਣ ਗੁਰੂ ਸਵਾਰਿਓ ਜਿਸ ਨੂੰ ਇਹ ਸਮਝ ਲੱਗੀ ਹੈ ਨਾ, ਉਸ ਨੇ ਗੁਰੂ ਸਵਾਰਿਓ ਇਸ ਗੱਲ ਦਾ ਗਿਆਨ ਲੈ ਲਿਆ ਵੀ ਪ੍ਰਮਾਤਮਾ ਨਿਰੰਕਾਰ ਜਿਹੜਾ ਹੈ ਨਾ, ਆਪੇ ਹੀ ਮਛਲੀ ਤੇ ਆਪੇ ਹੀ ਜਾਲ ਤੇ ਆਪੇ ਹੀ ਪਾਣੀ ਹੈ, ਤੇ ਆਪ ਹੀ ਮਣਕੜਾ, ਮਣਕੜਾ ਭਾਵ ਜਾਲ ਦੇ ਨਾਲ ਲੱਗੇ ਹੋਏ ਮਣਕੇ। ਹੁਣ ਗੁਰੂ ਸਵਾਰਿਓ ਇਹਨਾਂ ਸਾਰਿਆਂ ਨੂੰ ਆਪੇ ਦੇ ਵਿੱਚ ਸਮੇਟ ਕੇ ਨਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਅੱਗੇ ਸਾਨੂੰ ਹੋਰ ਨਿਖੇੜਨਾ ਕੀਤਾ ਵੀ ਕਿਵੇਂ ਕਿਵੇਂ ਉਹਦੀ ਰਚਨਾ, ਕਿਵੇਂ ਕਿਵੇਂ ਖੇਡ ਉਸ ਦੀ ਰਚੀ ਹੈ। ਆਪੇ ਬਹੁਵਿਧ ਰੰਗੋਲਾ, ਸਖੀਏ ਮੇਰਾ ਲਾਲ। ਬਹੁ ਵਿਧ ਬੜੀਆਂ ਵਿਧੀਆਂ ਦੇ ਨਾਲ ਉਹ ਜਿਹੜਾ ਚੋਜੀ ਪ੍ਰੀਤਮ ਹੈ ਨਾ, ਰੰਗਲਾ ਪ੍ਰੀਤਮ ਜਿਹੜਾ ਰੰਗਾਂ 'ਚ ਖੇਡਦਾ ਪਿਆ ਏ, ਸਾਹਿਬ ਜੀ ਕਹਿਣ ਲੱਗੇ ਹੇ ਸਖੀਏ ਉਹ ਮੇਰਾ ਪਿਆਰਾ ਏ, ਪਿਆਰਾ ਉਹ ਪਰਮਾਤਮਾ ਨਿਰੰਕਾਰ ਏ ਜਿਹੜਾ ਆਪ ਹੀ ਅਨੇਕਾਂ ਤਰ੍ਹਾਂ ਦੀਆਂ ਵਿਧੀਆਂ ਬਣਾਉਂਦਾ ਹੈ। ਹੁਣ ਗੁਰੂ ਸਵਾਰਿਓ ਜਿੰਨੀਆਂ ਵੀ ਵਿਧੀਆਂ ਬਣਦੀਆਂ ਨੇ ਸਾਡੇ ਜੀਵਨ ਦੇ ਵਿੱਚ ਵੀ, ਦੁੱਖ ਆ ਗਿਆ, ਸੁੱਖ ਆ ਗਿਆ, ਅਸੀਂ ਕਈ ਵਾਰ ਕੀ ਕਰਦੇ ਹਾਂ ਵੀ ਦੁੱਖ ਆ ਗਿਆ ਤੇ ਅਸੀਂ ਜ਼ਿਆਦਾ ਨਹੀਂ ਦੂਰ ਜਾਂਦੇ, ਅਸੀਂ ਘਰ ਦੇ ਵਿੱਚ ਹੀ ਡਿੱਗ ਜਾਂਦੇ ਹਾਂ। ਦੁੱਖ ਆ ਗਿਆ ਨਾ, ਆਪਾਂ ਘਰ ਦੇ ਵਿੱਚ ਹੀ ਘਰਦਿਆਂ ਦੇ ਉੱਪਰ ਹੀ ਮੜ ਦਿੰਦੇ ਹਾਂ ਵੀ ਆ ਫਲਾਣੇ ਦੇ ਕਰਕੇ ਆ ਮੇਰੇ ਨਾਲ ਆ ਹੋ ਗਈ, ਆ ਬਿੱਧ ਬਣ ਗਈ। ਤੇ ਜੇ ਆਪਣੇ ਘਰ ਤੱਕ ਸੀਮਤ ਹੋਏ, ਘਰ ਤੱਕ ਬਣਿਆ ਵੀ ਰਸੂਖ ਚੰਗਾ ਸੀ ਤਾਂ ਥੋੜਾ ਗਵਾਂਢੀ ਲੱਭ ਲਾਵਾਂਗੇ, ਜੇ ਗਵਾਂਢੀ ਨਾ ਲੱਭਿਆ ਤੇ ਥੋੜਾ ਮਹੱਲੇ ਤੱਕ ਪਹੁੰਚ ਜਾਵਾਂਗੇ। ਪਰ ਕਿਤੇ ਨਾ ਕਿਤੇ ਜਾ ਕਰਕੇ ਅਸੀਂ ਇਹ ਨਹੀਂ ਸੋਚਿਆ ਵੀ ਆ ਜਿਹੜੀ ਵਿਧੀ ਬਣੀ ਹੈ ਨਾ, ਇਹਦੇ ਪਿੱਛੇ ਇੱਕ ਤਾਕਤ ਕੰਮ ਕਰਦੀ ਪਈ ਹੈ। ਇਹਦੇ ਪਿੱਛੇ ਉਹ ਨਿਰੰਕਾਰੀ ਤਾਕਤ ਹੈ ਜਿਸ ਹੱਥ ਦੇ ਅੰਦਰ ਸਾਰੀ ਸਮਰੱਥਾ ਹੈ, ਜਿਹੜੀਆਂ ਸਾਰੀਆਂ ਗੱਲਾਂ ਦੀ ਸਮਰੱਥਾ ਰੱਖਦਾ ਪ੍ਰਮਾਤਮਾ। ਤੇ ਗੁਰੂ ਸਵਾਰਿਓ ਕਿਤੇ ਸਾਡਾ ਧਿਆਨ ਜੁੜੇ ਵੀ ਉਹ ਜਿਹੜਾ ਬਹੁ-ਵਿਧ ਰੰਗਲਾ ਹੈ ਨਾ, ਉਹ ਸਭਨਾਂ ਦੇ ਵਿੱਚ ਸਮਾ ਕਰਕੇ ਆਪਣੀਆਂ ਖੇਡਾਂ ਆਪ ਖੇਡਦਾ ਪਿਆ ਹੈ। ਉਹਦੀਆਂ ਖੇਡਾਂ ਜਿਹੜੀਆਂ ਨਾ, ਆਪੇ ਰਾਜਨ ਆਪੇ ਲੋਗਾ, ਆਪ ਹੀ ਉਹ ਰਾਜਾ ਤੇ ਆਪ ਹੀ ਰਈਅਤ ਹੈ। ਆਪ ਹੀ ਗੁਰੂ ਸਵਾਰਿਓ ਉਹ ਨਿਆਂ ਕਰਦਾ ਹੈ, ਆਪ ਹੀ ਤਖਤਾਂ ਤੇ ਬੈਠਾ ਹੋਇਆ ਹੈ ਤੇ ਤਖਤ ਤੇ ਬੈਠ ਕਰਕੇ ਆਪਣੀ ਰਈਅਤ ਦਾ ਨਿਆਂ ਵੀ ਉਹ ਆਪ ਕਰਦਾ ਹੈ। ਤੇ ਗੁਰੂ ਸਵਾਰਿਓ ਜਿਹੜੀ ਰਈਅਤ ਹੈ ਨਾ, ਇਹ ਵੀ ਉਸ ਦੀ ਅੰਸ਼ ਤੋਂ ਬਾਹਰ ਨਹੀਂ, ਭਾਵ ਲੁਕਾਈ, ਲੁਕਾਈ ਜਿਹੜੀ ਹੈ ਨਾ, ਇਹ ਵੀ ਉਹਦਾ ਹੀ ਸਰੂਪ ਹੈ। ਪਰ ਲੁਕਾਈ ਦੇ ਅੰਦਰ ਪਰਮੇਸ਼ਰ ਪ੍ਰਮਾਤਮਾ ਨਿਰੰਕਾਰ ਨੇ ਇੱਕ ਭੇਦ ਰੱਖ ਦਿੱਤਾ ਹੈ, ਮਨੁੱਖ ਨੂੰ ਇੱਕ ਭੇਦ ਦੇ ਵਿੱਚ ਰੱਖਿਆ ਵੀ ਤੇਰੀ ਜਿਹੜੀ ਆ ਜੀਵਨੀ ਹੈ ਨਾ, ਜਿਹੜਾ ਮਨੁੱਖਾ ਦੇਹੀ ਹੈ, ਇਹ ਤੈਨੂੰ ਹੁਣ ਮੈਂ ਦੇ ਦਿੱਤੀ ਹੈ, ਤੈਨੂੰ ਮੈਂ ਆਪਣੀ ਅੰਸ਼ ਵੀ ਦੇ ਦਿੱਤੀ ਹੈ, ਰਸਤਾ ਵੀ ਤੈਨੂੰ ਦਿਖਾ ਦਿੱਤਾ ਹੈ। ਹੁਣ ਤੇਰਾ ਸੰਬੰਧ ਕੀ ਹੋਣਾ ਚਾਹੀਦਾ ਵੀ ਤੂੰ ਆਪਣੀ ਮੰਜ਼ਿਲ ਤੋਂ ਚੱਲੇ ਤੇ ਮੇਰੇ ਤੱਕ ਪਹੁੰਚੇ। ਹੁਣ ਗੁਰੂ ਸਵਾਰਿਓ ਕਈ ਵਾਰ ਕੀ ਹੁੰਦਾ ਹੈ, ਬੰਦੇ ਨੂੰ ਮੰਜ਼ਿਲ ਹੀ ਨਹੀਂ ਪਤਾ ਹੁੰਦੀ, ਤੇ ਜਿਹਨੂੰ ਮੰਜ਼ਿਲ ਨਹੀਂ ਪਤਾ ਪਹੁੰਚੇਗਾ ਕਿਵੇਂ? ਉਹ ਤਾਂ ਫਿਰ ਭਟਕੇਗਾ ਹੀ ਨਾ। ਜ਼ਰੂਰੀ ਹੈ ਕਿ ਸਾਨੂੰ ਮੰਜ਼ਿਲ ਯਾਦ ਹੋਵੇ, ਤੇ ਮੰਜ਼ਿਲ ਯਾਦ ਕਰਨ ਵਾਸਤੇ, ਕਰਾਉਣ ਵਾਸਤੇ ਤੁਸੀਂ ਧਿਆਨ ਦਿਓ। ਗੁਰੂ ਸਵਾਰਿਓ ਬਾਣੀ ਦੇ ਅੰਦਰ ਮਨ ਨੂੰ ਸਮਝਾਇਆ ਗਿਆ ਹੈ ਤੇ ਮੌਤ ਨੂੰ ਚੇਤੇ ਕਰਾਇਆ ਗਿਆ ਹੈ। ਮਨ ਨੂੰ ਸਮਝਾਇਆ ਗਿਆ, ਮੌਤ ਨੂੰ ਚੇਤੇ ਕਰਾਇਆ ਗਿਆ, ਕਿਉਂਕਿ ਮੌਤ ਦੱਸੇਗੀ, ਚੇਤਾ ਮੌਤ ਦਾ ਹੋਵੇਗਾ, ਤੈਨੂੰ ਪਤਾ ਲੱਗੇਗਾ ਵੀ ਪਤਾ ਨਹੀਂ ਸਮਾਂ ਕਿਤਨਾ ਪਿਆ। ਜਦੋਂ ਤੈਨੂੰ ਮੌਤ ਚੇਤੇ ਆ ਗਈ ਨਾ ਵੀ ਆਉਣੀ ਹੈ, ਤੇ ਫਿਰ ਤੇਰੇ ਅੰਦਰ ਤੈਨੂੰ ਇਹ ਭੈ ਪੈ ਜਾਊਗਾ, ਡਰ ਪੈ ਜਾਊਗਾ ਵੀ ਪਤਾ ਨਹੀਂ ਕਿਸ ਵੇਲੇ ਇਹ ਸਵਾਸਾਂ ਦੀ ਪੂੰਜੀ ਜਿਹੜੀ ਹੈ ਖਤਮ ਹੋ ਜਾਣੀ। ਹੁਣ ਗੁਰੂ ਸਵਾਰਿਓ ਉਹ ਰੰਗਲੇ ਦੇ ਜਿਹੜੇ ਰੰਗ ਨੇ, ਉਹ ਰੰਗਲਾ ਆਪ ਹੀ ਸਾਰੀਆਂ ਵਿਧੀਆਂ ਬਣਾਉਂਦਾ ਹੈ। ਤੇ ਗੁਰੂ ਸਵਾਰਿਓ ਜਿਨ੍ਹਾਂ ਨੂੰ ਵਿਧੀ ਪਤਾ ਲੱਗ ਜਾਂਦੀ, ਉਹ ਰਸਤੇ ਤੇ ਚੱਲ ਪੈਂਦੇ ਨੇ। ਉਹ ਰਸਤੇ ਤੇ ਚੱਲਿਆ ਮਨੁੱਖ, ਗੁਰੂ ਸਵਾਰਿਓ ਮੰਜ਼ਿਲ ਦਾ ਪਤਾ ਹੋਵੇ, ਐਡਰੈਸ ਖਤਮ ਨਾ ਹੋਵੇ ਕੋਲ। ਮੰਨ ਲਓ ਮੈਂ ਦਿੱਲੀ ਜਾਣਾ ਹੈ ਤੇ ਮੇਰੇ ਕੋਲ ਇਹ ਪਤਾ ਹੈ ਮੈਨੂੰ ਮੈਂ ਦਿੱਲੀ ਪਹੁੰਚਣਾ ਹੈ, ਪਰ ਜਿੱਥੇ ਜਾਣਾ ਉਹਦਾ ਐਡਰੈਸ ਨਹੀਂ ਹੈ ਮੇਰੇ ਕੋਲ। ਪਰ ਗੁਰੂ ਸਵਾਰਿਓ ਜੇ ਮੈਨੂੰ ਮੰਜ਼ਿਲ ਪਤਾ ਹੈ ਨਾ, ਮੈਂ ਕਿੱਥੇ ਪਹੁੰਚਣਾ ਹੈ, ਤੇ ਮੈਂ ਉਸ ਇਲਾਕੇ ਵਿੱਚ ਪਹੁੰਚ ਕਰਕੇ ਵੀ ਉਹਦੀ ਭਾਲ ਕਰ ਸਕਦਾ, ਕਿਸੇ ਨੂੰ ਪੁੱਛ ਸਕਦਾ। ਮੈਨੂੰ ਰਸਤਾ ਦੱਸਣ ਵਾਲੇ ਹਜ਼ਾਰਾਂ ਮਿਲ ਜਾਣਗੇ, ਦੱਸ ਦੇਣਗੇ ਭਲਿਆ ਤੂੰ ਫਲਾਣੀ ਜਗ੍ਹਾ ਤੇ ਇੱਧਰੋਂ ਇੱਧਰੋਂ ਜਾ। ਤੇ ਜੇ ਮੰਜ਼ਿਲ ਹੀ ਨਾ ਪਤਾ ਹੋਵੇ
ਵੀ ਮੈਂ ਜਾਣਾ ਕਿੱਥੇ ਆ। ਜਦੋਂ ਮੰਜ਼ਿਲ ਹੀ ਨਾ ਪਤਾ ਗੁਰੂ ਸਵਾਰਿਓ, ਫਿਰ ਭਟਕਣਾ ਹੀ ਭਟਕਣਾ ਹੈ। ਫਿਰ ਭਟਕਣਾ ਪੈਂਦੀ, ਠੋਕਰਾਂ ਪੈਂਦੀਆਂ ਨੇ। ਹਰ ਬਿਸਰਤ ਸਦਾ ਖੁਆਰੀ। ਫਿਰ ਗੁਰੂ ਸਵਾਰਿਓ ਜਦੋਂ ਹਰੀ ਬਿਸਰ ਜਾਂਦਾ ਨੇ, ਮੰਜ਼ਿਲ ਇਹ ਮੰਜ਼ਿਲ ਹੈ ਸਾਡੀ। ਹਰੀ ਨੂੰ ਬਿਸਰਨਾ ਭਾਵ ਸਾਡੀ ਮੰਜ਼ਿਲ ਬਿਸਰ ਗਈ। ਸਾਨੂੰ ਚੇਤਾ ਭੁੱਲ ਗਿਆ ਵੀ ਉਹ ਜਿਹੜਾ ਰੰਗਲਾ ਹੈ ਨਾ, ਉਹ ਵਿਧਾ ਬਣਾਉਣ ਵਾਲਾ ਆਪ ਹੈ। ਤੇ ਆਪ ਹੀ ਗੁਰੂ ਸਵਾਰਿਓ ਨਿਰੰਕਾਰ ਦੀ ਕਿਰਪਾ ਦੁਆਰਾ ਸਾਨੂੰ ਸੋਝੀ ਤੇ ਗਿਆਨ ਦਿੰਦਾ ਹੈ। ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਹੁਣ ਗੁਰੂ ਸਵਾਰਿਓ ਸਾਹਿਬ ਜੀ ਨੇ ਸਾਰਾ ਕੁਝ ਬਿਆਨ ਕੀਤਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਆਪੇ ਜਾਲ ਮਨਕੜਾ, ਆਪੇ ਅੰਦਰ ਲਾਲ। ਹੁਣ ਆਪ ਹੀ ਉਹ ਜਾਲਾਂ ਦੇ ਵਿੱਚ ਲਾਲ ਬਣ ਕੇ ਸਮਾਇਆ ਹੋਇਆ, ਪਿਆਰਾ ਬਣ ਕੇ ਸਮਾਇਆ ਹੋਇਆ ਹੈ। ਤੇ ਹੁਣ ਗੁਰੂ ਸਵਾਰਿਓ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ। ਨਿਤ ਰਵੈ ਸੁਹਾਗਣੀ, ਜਿਨ੍ਹਾਂ ਨੂੰ ਖਸਮ ਦੀ ਪ੍ਰਾਪਤੀ ਹੋ ਗਈ ਨਾ, ਜਿਸ ਆਤਮਾ ਨੂੰ ਪਤੀ ਦੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਜਿਹੜੀਆਂ ਰਵੀਆਂ ਗਈਆਂ, ਉਹ ਸੁਹਾਗਣਾ ਕਿੰਨਾ ਆਨੰਦ ਮਾਣਦੀਆਂ ਨੇ, ਕਿਤਨੇ ਸੁੱਖ ਦੇ ਵਿੱਚ ਰਹਿੰਦੀਆਂ ਨੇ। ਸਾਹਿਬ ਜੀ ਕਹਿੰਦੇ ਨਿਤ ਰਵੈ ਸੁਹਾਗਣੀ। ਉਹ ਰਤੀਆਂ ਗਈਆਂ, ਰਵੀਆਂ ਗਈਆਂ, ਰੰਗਾਂ ਨੂੰ ਮਾਣਦੀਆਂ ਪਈਆਂ ਨੇ, ਆਪਣੇ ਪਤੀ ਪਰਮੇਸ਼ਰ ਦੇ ਖੁਸ਼ੀਆਂ ਨੂੰ, ਚਾਅ ਨੂੰ, ਖੇੜੇ ਨੂੰ ਮਾਣਦੀਆਂ ਨੇ। ਤੇ ਗੁਰੂ ਸਵਾਰਿਓ ਜਿਨ੍ਹਾਂ ਨੂੰ ਨਹੀਂ ਮਿਲਿਆ, ਸਾਹਿਬ ਕਹਿੰਦੇ ਦੇਖ ਹਮਾਰਾ ਹਾਲ। ਹੁਣ ਆਪਾਂ ਆਪਣੇ ਵੱਲ ਝਾਤੀ ਮਾਰੀਏ ਵੀ ਅਸੀਂ ਕਿਹੜੀ ਪੰਕਤੀ ਦੇ ਨਾਲ ਆਪਣਾ ਜੀਵਨ ਟਿਕਾਉਂਦੇ ਆ। ਨਿਤ ਰਵੇ ਸੁਹਾਗਣੀ ਜਾਂ ਦੇਖ ਹਮਾਰਾ ਹਾਲ। ਜੇ ਤਾਂ ਅਸੀਂ ਖਸਮ ਨਾਲ ਜੁੜੇ ਹੋਏ ਆ ਤੇ ਅਸੀਂ ਨਿਤ ਰਵੇ, ਅਸੀਂ ਸੁਹਾਗਣਾ ਆ। ਸਾਡਾ ਖਸਮ, ਸਾਡਾ ਪਤੀ ਪਰਮੇਸ਼ਰ ਪਰਮਾਤਮਾ ਸਾਨੂੰ ਆਨੰਦ ਦੇਵੇਗਾ, ਖੁਸ਼ੀ ਦੇਵੇਗਾ, ਖੇੜੇ ਦੇਵੇਗਾ, ਸਾਡੀ ਸੰਭਾਲ ਕਰੇਗਾ, ਸਾਡੇ ਇਸ ਜੀਵਨ ਦੇ ਵਿੱਚ ਸਾਡੀਆਂ ਲੋੜਾਂ ਨੂੰ ਪੂਰਾ ਕਰੇਗਾ। ਤੇ ਜੇ ਨਹੀਂ ਮਿਲੇ ਤੇ ਫਿਰ ਹਾਲ ਦੇਖ ਹਮਾਰਾ ਹਾਲ। ਤੇ ਹਾਲ ਕੀ ਹੈ? ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਖਸਮ ਵਿਸਰਿਆ, ਬਾਣੀ ਵਿਸਰੇ। ਤੇ ਗੁਰੂ ਸਵਾਰਿਓ ਹਾਲਾਤ ਕੀ ਬਣ ਗਏ, ਹਾਲ ਕੀ ਹੋ ਗਿਆ ਕਿ ਭਟਕਣਾ ਦੇ ਵਿੱਚ ਪੈ ਗਏ, ਦੁੱਖਾਂ ਦੇ ਵਿੱਚ ਪੈ ਗਏ, ਕਲ ਕਲੇਸ਼ ਦੇ ਵਿੱਚ ਪੈ ਗਏ। ਕਾਰਨ ਇੱਕੋ ਹੀ ਹੈ, ਜੈ ਤਨ ਬਾਣੀ ਵਿਸਰ ਜਾਏ। ਭਾਵ ਪਰਮੇਸ਼ਰ ਦਾ ਵਿਸਰਨਾ। ਅਸੀਂ ਕਾਰਨ ਨਹੀਂ ਲੱਭਿਆ, ਅਸੀਂ ਢੰਗ ਤਰੀਕੇ ਲੱਭੇ ਨੇ। ਆਪਾਂ ਤਰੀਕੇ ਬੜੇ ਆਜ਼ਾਦ ਕੀਤੇ। ਕਿਸੇ ਨੇ ਕਿਹਾ 21 ਕਰ ਲਓ, 11 ਕਰ ਲਓ, ਕਿਸੇ ਨੇ ਕਿਹਾ ਅਖੰਡ ਪਾਠ ਕਰਵਾ ਲਓ, ਕਿਸੇ ਨੇ ਕਿਹਾ ਫਲਾਣੀ ਜਗ੍ਹਾ ਤੇ ਮੱਥਾ ਟੇਕ ਕੇ ਆਓ। ਢੰਗ ਤਰੀਕੇ ਬੜੇ ਲੱਭੇ ਆਪਾਂ ਦੁੱਖਾਂ ਦੇ, ਵੀ ਕੋਈ ਨਾ ਤਰ੍ਹਾਂ ਆ ਦੁੱਖ ਮੇਰਾ ਖਤਮ ਹੋ ਜਾਵੇ। ਪਰ ਕਾਰਨ ਕਿਤੇ ਨਹੀਂ ਢੂੰਡਣ ਦਾ ਯਤਨ ਕੀਤਾ ਵੀ ਕਾਰਨ ਕੀ ਹੈ। ਆਖਰਕਾਰ ਜੇ ਦੁੱਖ ਆ, ਜੇ ਸੁੱਖ ਦੀ ਪ੍ਰਾਪਤੀ ਨਹੀਂ ਹੈ, ਕੋਈ ਰੋਗ ਲੱਗਿਆ ਹੈ, ਤਾਂ ਕੋਈ ਤਾਂ ਕੋਈ ਕਾਰਨ ਹੋਏਗਾ ਨਾ। ਹੁਣ ਗੁਰੂ ਸਵਾਰਿਓ ਪੇਟ 'ਚ ਦਰਦ ਹੋਵੇ ਤੇ ਮਨੁੱਖ ਭਾਲਦਾ ਵੀ ਕਾਰਨ ਕੀ ਹੈ ਇਹਦਾ। ਸ਼ਾਇਦ ਮੈਂ ਕੁਝ ਜ਼ਿਆਦਾ ਖਾ ਲਿਆ, ਸ਼ਾਇਦ ਮੈਂ ਕੁਝ ਮਾੜਾ ਚੰਗਾ ਖਾ ਲਿਆ, ਜਿਹਦੇ ਕਾਰਨ ਮੈਨੂੰ ਪੇਟ 'ਚ ਦਰਦ ਹੋਣ ਲੱਗ ਪਈ ਹੈ। ਉਹ ਕਾਰਨ ਲੱਭਦਾ ਹੈ ਨਾ, ਉਹ ਹਾਲਤ ਨਹੀਂ ਕੱਢਣ ਤੁਰ ਪੈਂਦਾ ਪਹਿਲਾਂ ਹੀ ਵੀ ਕਾਰਨ ਲੱਭਿਆ ਨਹੀਂ। ਪਹਿਲਾਂ ਕਹੇ ਵੀ ਲਿਆਓ ਗੋਲੀਆਂ ਦਿਓ ਮੈਂ ਖਾ ਲਵਾਂ, ਨਾ, ਪਹਿਲਾਂ ਉਹ ਕਾਰਨ ਵੱਲ ਭਾਲਦਾ ਵੀ ਕਾਰਨ ਕੀ ਹੈ, ਵੀ ਕਿਉਂ ਅੱਜ ਪੇਟ 'ਚ ਦਰਦ ਹੋ ਰਹੀ ਹੈ। ਫਿਰ ਜਦੋਂ ਕਾਰਨ ਉਹ ਭਾਲਦਾ ਹੈ ਨਾ ਵੀ ਜ਼ਿਆਦਾ ਦਰਦ ਹੋ ਸਕਦਾ ਮੈਨੂੰ ਸਕੈਨ ਵੀ ਕਰਾਉਣੀ ਪਵੇ, ਉਹ ਫਿਰ ਡਾਕਟਰ ਵੱਲ ਨੂੰ ਭੱਜਦਾ। ਹੁਣ ਕਾਰਨ ਗੁਰੂ ਸਵਾਰਿਓ ਅਸੀਂ ਨਹੀਂ ਲੱਭਦੇ, ਅਸੀਂ ਕਾਰਨ ਦੀ ਜਗ੍ਹਾ 'ਤੇ ਹੱਲ ਲੱਭਦੇ ਹਾਂ। ਹੱਲ ਤੇ ਹੱਲ ਵਾਸਤੇ ਫਿਰ ਗੁਰੂ ਸਵਾਰਿਓ ਅਸੀਂ ਭਟਕ ਜਾਂਦੇ ਹਾਂ, ਫਿਰ ਅਸੀਂ ਰਸਤਾ ਛੱਡ ਜਾਂਦੇ ਹਾਂ। ਜਿਹੜਾ ਰਸਤੇ 'ਤੇ ਚੱਲ ਕਰਕੇ ਸਾਡੇ ਰੋਗਾਂ ਦਾ, ਦੁੱਖਾਂ ਦਾ, ਕਲੇਸ਼ਾਂ ਦਾ ਨਾਸ ਹੋਣਾ ਸੀ। ਕਿਉਂਕਿ ਅੰਮ੍ਰਿਤ ਬਾਣੀ ਦੇ ਬੋਲਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਪਾਪ ਕਾ ਨਾਸ। ਗੁਰੂ ਸਵਾਰਿਓ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਬੋਲ ਨੇ
ਕਿ ਵਿਗਾਸ ਉੱਥੇ ਹੈ, ਖੇੜਾ ਉੱਥੇ ਹੈ ਜਿੱਥੇ ਗੁਰੂ ਸਵਾਰਿਓ ਪਰਮੇਸ਼ਰ ਪਰਮਾਤਮਾ ਨਿਰੰਕਾਰ ਦੀ ਬਾਣੀ ਹੈ। ਤੇ ਗੁਰੂ ਸਵਾਰਿਓ ਜੇ ਬਾਣੀ ਚੇਤੇ ਆ ਗਈ, ਪਰਮੇਸ਼ਰ ਚੇਤੇ ਆ ਗਿਆ, ਨਿਰੰਕਾਰ ਚੇਤੇ ਆ ਗਿਆ, ਫਿਰ ਸਾਰੇ ਰੋਗਾਂ ਦਾ ਨਾਸ ਹੋ ਜਾਵੇਗਾ। ਨਿਤ ਰਵੈ ਸੁਹਾਗਣੀ। ਫਿਰ ਆਪਾਂ ਇਸ ਪੰਕਤੀ ਦੇ ਨਾਲ ਢੁਕਾਂਗੇ। ਸਾਡਾ ਜੀਵਨ ਇੱਥੇ ਆ ਕੇ ਅਸੀਂ ਕਵਾਂਗੇ ਅਸੀਂ ਤਾਂ ਰਵਈਆਂ ਹੋਈਆਂ, ਅਸੀਂ ਸੁਹਾਗਣਾ ਵਾਂ। ਫਿਰ ਅਸੀਂ ਇਹ ਨਹੀਂ ਕਵਾਂਗੇ ਐ ਪਰਮਾਤਮਾ ਦੇਖ ਹਮਾਰਾ ਹਾਲ, ਆ ਦੇਖ ਲਾ ਸਾਡਾ ਹਾਲ ਕੀ ਹੈ। ਹਾਲ ਕਿਉਂ ਆ? ਕਿਉਂਕਿ ਗੁਰੂ ਸਵਾਰਿਓ ਪਰਮੇਸ਼ਰ ਨਿਰੰਕਾਰ ਦੇ ਚਰਨਾਂ ਨਾਲੋਂ ਟੁੱਟ ਗਏ। ਹੁਣ ਜੇ ਟੁੱਟ ਵੀ ਗਏ ਆ ਨਾ, ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਦੱਸਣ ਲੱਗੇ ਨੇ ਵੀ ਜੇ ਟੁੱਟੇ ਹੋ ਨਾ ਤੇ ਕਰਨਾ ਕੀ ਹੈ, ਵੀ ਕੋਈ ਹੱਲ ਕੀ ਹੈ। ਇਹਦਾ ਹੱਲ ਜਿਹੜਾ ਲੱਭਣਾ, ਜੇ ਕਾਰਨ ਪਤਾ ਲੱਗ ਗਿਆ ਹੁਣ ਕੀ ਕਰਨਾ ਹੈ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਪ੍ਰਣਵੈ ਨਿਮਰਤਾ ਸਹਿਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ। ਬੇਨਤੀ ਭਾਵ ਅਰਜ਼ੋਈ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਜੇ ਤੂੰ ਕੁਝ ਕਹਿਣਾ ਚਾਹੁੰਦਾ ਹੈ ਨਾ, ਆਪਣੇ ਗੁਰੂ ਕੋਲ ਕਹਿ। ਜਿਹੜੇ ਕਾਜ ਵਾਸਤੇ, ਜਿਹੜੇ ਮਨੋਰਥ ਲਈ ਕੋਈ ਅਰਦਾਸ ਕਰਨੀ ਚਾਹੁੰਦਾ ਤੇ ਗੁਰੂ ਨੂੰ ਕਹਿ। ਕਿਉਂ ਐਵੇਂ ਮੜੀਆਂ ਮਸਾਣਾ ਤੇ ਜਾ ਕੇ ਪਖੰਡੀ ਬਾਬਿਆਂ ਕੋ ਜਾ ਕੇ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਜਾਂ ਕੋਈ ਹੋਰ ਕਾ ਹੱਲ ਲੱਭਦਾ ਹੈ। ਕਹਿਣਾ ਹੈ ਤੇ ਗੁਰੂ ਨੂੰ ਕਹਿ ਆਪਣੇ ਨੂੰ। ਕਾਜ ਤੁਮਾਰੇ ਬੇਨਿਭਾਏ, ਤੇਰੇ ਕਾਜਾਂ ਨੂੰ ਨਿਭਾਉਣ ਦੀ ਸਮਰੱਥਾ ਰੱਖਣ ਵਾਲਾ ਹੈ। ਤੇ ਹੁਣ ਗੁਰੂ ਸਵਾਰਿਓ ਸਾਹਿਬ ਨੇ ਬੇਨਤੀ ਕੀਤੀ। ਬੇਨਤੀ ਦੇ ਵਿੱਚ ਕਹਿਣ ਲੱਗੇ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਦੇ ਵਿੱਚ ਹੁਣ ਧਿਆਨ ਦੇਣਾ ਵੀ ਇਹ ਜਿਹੜੇ ਬੋਲ ਜਦੋਂ ਆਪਾਂ ਪੜ੍ਹਦੇ ਪਏ ਆ ਨਾ, ਪ੍ਰਣਵੈ ਨਾਨਕ ਬੇਨਤੀ, ਇੱਕ ਤਾਂ ਇਹਦੇ ਭਾਵ ਅਰਥ ਇਹ ਨੇ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਨਤੀ ਕਰਦੇ ਪਏ ਨੇ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਵਿੱਚ। ਪਰ ਬਾਣੀ ਦਾ ਇੱਕ ਸਿਧਾਂਤ ਹੈ ਵੀ ਜਿਹੜਾ ਮਨੁੱਖ ਉਚਾਰਨ ਕਰਦਾ ਹੈ ਨਾ, ਬਾਣੀ ਪੜ੍ਹਦਾ ਹੈ, ਇਹ ਉਹਦੇ ਤੇ ਢੁਕਦੀ ਹੈ, ਉਹ 'ਤੇ ਲਾਗੂ ਹੁੰਦੀ ਹੈ। ਭਾਵ ਜੇ ਅਸੀਂ ਉਚਾਰਨ ਕਰ ਰਹੇ ਹਾਂ ਤਾਂ ਸਾਡੇ ਤੇ ਢੁਕ ਰਹੀ ਹੈ। ਹੁਣ ਆਪਾਂ ਬੇਨਤੀ ਆਪਾਂ ਕਰ ਰਹੇ ਹਾਂ ਵੀ ਆਪਾਂ ਬੇਨਤੀ ਕਰਨੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ, ਭਾਵ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਦੇ ਵਿੱਚ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ, ਤੂੰ ਹੀ ਸਰੋਵਰ ਹੈ, ਤੇ ਸਰੋਵਰਾਂ ਤੇ ਰਹਿਣ ਵਾਲੇ ਹੰਸ, ਤੂੰ ਹੀ ਹੰਸ ਹੈ। ਤੂੰ ਹੀ ਸਰਵਰ ਹੈ, ਤੂੰ ਹੀ ਹੰਸ ਹੈ। ਤੇ ਹੁਣ ਗੁਰੂ ਸਵਾਰਿਓ ਸਾਹਿਬ ਨੇ ਕਿਹਾ ਬੇਨਤੀ ਕਰਨ ਦਾ ਢੰਗ ਜੇ ਤਰੀਕਾ ਤੇਰੇ ਕੋਲੋਂ ਆ ਜਾਵੇ, ਅਰਜ਼ੋਈ ਕਰਨ ਦਾ, ਅਰਦਾਸ ਕਰਨ ਦਾ, ਕਿ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰ, ਦਰਸ਼ਨ ਦੇਖ ਜੀਵਾਂ ਪੂਰਨ ਕਰਮ ਇਹ ਬੇਨੰਤੀ, ਸੁਣ ਪ੍ਰਭ ਮੇਰੇ ਤੇ ਨਾਮ। ਹੁਣ ਇਹ ਅਰਦਾਸ ਗੁਰੂ ਸਵਾਰਿਓ ਅਸਾਂ ਹਿਰਦੇ ਦੀ ਕੂਕ ਬਣਾਉਣੀ ਹੈ, ਹਿਰਦੇ ਦੀ ਆਲੋਚਨਾ, ਹਿਰਦੇ ਅੰਦਰੇ ਦੀ ਲੋਚਨਾ, ਵੀ ਹਿਰਦੇ ਦੇ ਅੰਦਰੋਂ ਆਵਾਜ਼ ਆਵੇ, ਇਹ ਆਵਾਜ਼ ਆਵੇ ਵੀ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ। ਆਪਣੇ ਚੇਲੇ ਆਪਣਾ ਨਾਮ ਦੇ ਦੇ, ਚੇਲੇ ਬਣਾ ਲਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਇਹ ਪਰਮਾਤਮਾ ਨਿਰੰਕਾਰ, ਤੂੰ ਹੀ ਸਰੋਵਰ ਹੈ ਤੇ ਤੂੰ ਹੀ ਹੰਸ ਹੈ। ਤੇ ਅੱਗੇ ਮੇਰੇ ਸਾਹਿਬ ਜੀ ਨੇ ਬਿਆਨ ਕੀਤਾ ਹੈ, ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਵਿਗਸ। ਕੌਲ ਕਮਲ ਦਾ ਫੁੱਲ, ਸੂਰਜ ਦੀਆਂ ਕਿਰਨਾਂ ਪੈਣ ਤੇ ਖਿੜਦਾ ਜੇ ਗੁਰੂ ਸਵਾਰਿਓ। ਜਿੰਨੀ ਮਰਜ਼ੀ ਰੋਸ਼ਨੀ ਪਾ ਦੋ, ਸੰਸਾਰ ਦੀ ਨਹੀਂ ਖਿੜਦਾ। ਸਬੰਧ ਹੀ ਨਹੀਂ ਕਿਸੇ ਰੋਸ਼ਨੀ ਨਾਲ ਉਹਦਾ। ਤੇ ਰਹਿੰਦਾ ਕਿੱਥੇ ਹੈ? ਚਿੱਕੜ ਦੇ ਵਿੱਚ। ਨਾ ਚਿੱਕੜ ਨਾਲ ਸੰਬੰਧ, ਨਾ ਕਿਸੇ ਹੋਰ ਰੋਸ਼ਨੀ ਨਾਲ ਸੰਬੰਧ, ਕੇਵਲ ਸੂਰਜ ਦੇ ਨਾਲ ਸੰਬੰਧ ਹੈ। ਤੇ ਸਾਡਾ ਸੰਬੰਧ ਹੀ ਪਤਾ ਨਹੀਂ ਕਿੱਥੇ ਕਿੱਥੇ ਜੁੜਿਆ ਹੋਇਆ। ਰਹਿੰਦੇ ਅਸੀਂ ਸੰਸਾਰ ਦੇ ਵਿੱਚ ਪਏ ਆ। ਸਾਹਿਬ ਨੇ ਕਿਹਾ ਜੇ ਤੈਨੂੰ ਸੋਝੀ ਹੋਵੇ, ਗਿਆਨ ਹੋ ਜਾਵੇ, ਤੇ ਤੂੰ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਤੇਰਾ ਸੰਬੰਧ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਦੇ ਨਾਲ ਜੁੜ ਜਾਵੇ।
ਜੇ 100 ਚੰਦਾ ਉਗਵੇ ਸੂਰਜ ਚੜੇ 1000 ਇਤੇ ਚਾਨਣ ਹੁੰਦਿਆਂ ਗੁਰਬਿਨ ਹੋਰਾਂ ਦਾ। ਗੁਰੂ ਦੇ ਨਾਲ ਤੇਰਾ ਸੰਬੰਧ ਬਣ ਜਾਵੇ, ਜਿਹੜਾ ਕਈ ਸੂਰਜ ਚਾੜਨ ਚੰਦ ਚਾੜਨ ਦੇ ਰੋਸ਼ਨੀ ਤੋਂ ਵੀ ਕਿੰਨੀ ਗੁਣਾ ਸਮਰੱਥਾ ਵਾਧੇ, ਜਿਹਦੀ ਸਮਰੱਥਾ ਕੀਣੀ ਮਿਣੀ ਨਹੀਂ ਜਾ ਸਕਦੀ। ਹੁਣ ਸਾਹਿਬ ਨੇ ਕਿਹਾ ਕੌਲ ਤੂੰ ਹੈ, ਜੇ ਕਮਲ ਦਾ ਫੁੱਲ ਹੈ ਨਾ ਉਹ ਵੀ ਤੂੰ ਹੈ, ਸੂਰਜ ਦੀਆਂ ਕਿਰਨਾਂ ਜਿਹੜੀਆਂ ਪੈਂਦੀਆਂ ਨੇ ਉਹ ਵੀ ਤੂੰ ਹੈ, ਕਵੀਆ ਤੂੰ ਹੈ, ਚੰਦ ਦੀ ਚਾਨਣੀ ਵਿੱਚ ਖਿੜਨ ਵਾਲੀ ਕਲੀ। ਕਈ ਵਾਰ ਤੁਸੀਂ ਦੇ ਦੇਣਾ ਕਲੀਆਂ ਰਾਤ ਦੇ ਸਮੇਂ ਅੰਦਰ ਖਿਲਦੀਆਂ ਨੇ, ਚੰਦ ਦੀ ਚਾਂਦਨੀ ਜਿਹਦੀ ਬਹੁਤ ਵਧੀਆ ਸੁਗੰਧੀਆਂ ਵੀ ਆਉਂਦੀਆਂ ਨੇ। ਉਹ ਕਹਿੰਦੇ ਉਹ ਵੀ ਤੂੰ ਹੈ, ਤੂੰ ਆਪੇ ਵੇਖ ਵੇਗਸ, ਤੇ ਤੂੰ ਆਪੇ ਵੇਖਣ ਵਾਲਾ ਤੇ ਖੁਸ਼ ਹੋਣ ਵਾਲਾ ਵੀ ਆਪੇ ਹੈ। ਇਹ ਨਹੀਂ ਵੀ ਵੇਖਣ ਵਾਲਾ ਕੋਈ ਹੋਰ, ਪ੍ਰਤਪਾਲਨਾ ਕਰਨ ਵਾਲਾ, ਧਿਆਨ ਕਰਨ ਵਾਲਾ ਕੋਈ ਹੋਰ, ਤੇ ਖੁਸ਼ ਹੋਣ ਵਾਲਾ ਕੋਈ ਹੋਰ। ਸਾਹਿਬ ਜੀ ਨੇ ਕਿਹਾ ਸਭ ਕੁਝ ਪਰਮਾਤਮਾ ਨਿਰੰਕਾਰ ਆਪ ਹੀ ਕਰਨ ਵਾਲਾ ਹੈ। ਪਰ ਗੁਰੂ ਸਵਾਰਿਓ ਕਿਤੇ ਮਤ ਐਸਾ ਸੋਚ ਲੈਣਾ ਵੀ ਆ ਜਿਹੜੇ ਬੁਰੇ ਕੰਮ, ਈਰਖਾ, ਨਿੰਦਿਆ, ਚੁਗਲੀ ਜਿਹੜਾ ਮਨੁੱਖ ਕਰਦਾ ਪਿਆ ਏ, ਉਹ ਵੀ ਕਵੇ ਵੀ ਨਹੀਂ ਮੈਂ ਤਾਂ ਨਹੀਂ ਕਰਦਾ ਪਿਆ, ਤੇ ਪਰਮਾਤਮਾ ਹੀ ਕਰਾਉਂਦਾ ਪਿਆ ਜਾਂ ਕਰਦਾ ਪਿਆ। ਨਹੀਂ, ਮਨੁੱਖ ਕੋਲ ਇੱਕ ਵਿਵੇਕ ਬੁੱਧੀ ਹੈ। ਸਾਹਿਬ ਨੇ ਕਿਹਾ ਵੀ ਤੇਰੇ ਕੋਲ ਵਿਵੇਕ ਬੁੱਧੀ ਹੈ, ਪਰਮਾਤਮਾ ਹੀ ਸਭ ਦੇ ਵਿੱਚ ਸਮਾਇਆ ਹੋਇਆ, ਕੋਈ ਸ਼ੱਕ ਨਹੀਂ, ਕਰਨ ਕਰਾਉਣ ਵਾਲਾ ਉਹੀ ਹੈ, ਕੋਈ ਸ਼ੱਕ ਨਹੀਂ। ਪਰ ਤੇਰੇ ਕੋਲ ਜਿਹੜੀ ਸਮਰੱਥਾ ਹੈ, ਜੇ ਤੂੰ ਬੁਰਾ ਕਰਦਾ ਹੈ ਤੇ ਮਤ ਸੋਚੀ ਪਰਮਾਤਮਾ ਤੈਨੂੰ ਛੱਡ ਕੇ ਚਲਾ ਗਿਆ। ਜੇ ਤੇਰੇ ਮਨ 'ਚ ਬੁਰੀ ਵਿਚਾਰ ਚੱਲ ਰਹੀ ਹੈ, ਇਹ ਨਹੀਂ ਸੋਚਣਾ ਵੀ ਪਰਮਾਤਮਾ ਤੇਰੇ ਨਿਕਟ ਹੀ ਨਹੀਂ, ਤੇਰਾ ਸਾਥ ਛੱਡ ਗਿਆ ਨਾ, ਉਹ ਤਾਂ ਵੀ ਤੇਰੇ ਨਾਲ ਹੈ। ਜੇ ਤੂੰ ਚੰਗਾ ਕਰਦਾ ਪਿਆ ਹੈ ਤਾਂ ਵੀ ਤੇਰੇ ਨਾਲ ਹੈ, ਪਰ ਰਸਤੇ ਤੈਨੂੰ ਦੋ ਦੇ ਦਿੱਤੇ ਪਰਮੇਸ਼ਰ ਨੇ, ਚੁਣਨਾ ਤੇਰੇ ਹੱਥ 'ਚ ਆ। ਚੰਗਾ ਚੁਣ, ਮੰਦਾ ਚੁਣ, ਇਹ ਤੇਰੇ ਕੋਲ ਵਿਵੇਕ ਬੁੱਧੀ ਹੈ। ਕਿਸੇ ਵੀ 84 ਲੱਖ ਜੂਨ ਬਨਸਪਤੀ, ਕੀੜੇ ਮਕੌੜੇ, ਜੀਵ ਜੰਤੂ, ਪਸ਼ੂ ਪੰਛੀ, ਕਿਸੇ ਕੋ ਵਿਵੇਕ ਬੁੱਧੀ ਨਹੀਂ। ਕੇਵਲ ਮਨੁੱਖ ਕੋ ਵਿਵੇਕ ਬੁੱਧੀ ਹੈ, ਜਿਹੜਾ ਆਪਣੀ ਬੁੱਧੀ ਦੁਆਰਾ ਨਿਰਣਾ ਕਰ ਸਕਦਾ ਹੈ ਚੰਗੇ ਤੇ ਮਾੜੇ ਦਾ। ਸਾਰਾ ਕੁਝ ਪਰਮੇਸ਼ਰ ਨੇ ਆਪਣੇ ਹੱਥ 'ਚ ਰੱਖ ਲਿਆ, ਜੰਮਣਾ ਮਰਨਾ ਤੇ ਰਿਜ਼ਕ, ਮਨੁੱਖ ਦਾ ਸਾਰਾ ਕੁਝ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ। ਪਰ ਇੱਕ ਜਿਹੜਾ ਨਿਰਣਾ ਹੈ ਨਾ, ਉਹ ਮਨੁੱਖ ਨੂੰ ਦੇ ਦਿੱਤਾ, ਭਲਿਆ ਤੂੰ ਕਰਨਾ ਹੈ। ਚੰਗੇ ਰਸਤੇ ਚੱਲ ਪਾ ਤਾਂ ਵੀ ਮੈਂ ਤੇਰੇ ਨਾਲ ਆ, ਮੰਦੇ ਚੱਲ ਪਾ ਤਾਂ ਵੀ ਮੈਂ ਤੇਰੇ ਨਾਲ ਆ, ਮੈਂ ਤੇਰੇ ਤੋਂ ਵੱਖਰਾ ਨਹੀਂ, ਹੋ ਹੀ ਨਹੀਂ ਸਕਦਾ, ਕਿਉਂਕਿ ਪਰਮਾਤਮਾ ਘਟ ਘਟ ਦੇ ਵਿੱਚ ਸਮਾਇਆ, ਪਰਮਾਤਮਾ ਦੀ ਅੰਸ਼ ਹੈ, ਉਹ ਆਪਣਾ ਫਰਜ਼ ਨਿਭਾ ਰਿਹਾ ਹੈ, ਉਹ ਸਾਡੀ ਪ੍ਰਤਪਾਲਨਾ ਕਰ ਰਿਹਾ ਹੈ। ਤੇ ਚੰਗੇ ਮੰਦਿਆਂ ਕਰਮਾਂ ਦਾ ਲੇਖਾ ਜੋਖਾ ਗੁਰੂ ਸਵਾਰਿਓ ਅਸੀਂ ਸਾਰੇ ਜਾਣਦੇ ਹਾਂ ਪਰਮੇਸ਼ਰ ਦੇ ਘਰ ਵਿੱਚ ਹੁੰਦਾ ਹੈ। ਤੇ ਜੇ ਆਪਾਂ ਨੂੰ ਇਹ ਗਿਆਨ ਹੋ ਜਾਵੇ ਕਿ ਨਿਰੰਕਾਰ ਅਕਾਲ ਪੁਰਖ ਨੇ ਬਖਸ਼ਿਸ਼ ਜੋ ਕੀਤੀ ਹੈ ਕਿ ਉਹ ਆਪ ਹੀ ਸਭਾ ਰਸਾਂ ਦੇ ਵਿੱਚ ਵੀ ਸਮਾਇਆ ਹੈ, ਤੇ ਰਸਾਂ ਨੂੰ ਮੰਨਣ ਵਾਲਾ ਵੀ ਆਪ ਹੈ। ਤੇ ਗੁਰੂ ਸਵਾਰਿਓ ਫਿਰ ਇਹ ਸੰਸਾਰ ਦੇ ਅੰਦਰ ਵੈਰ ਵਿਰੋਧ ਈਰਖਾ ਖਤਮ ਹੋ ਜਾਵੇਗੀ, ਕਲ ਕਲੇਸ਼ ਖਤਮ ਹੋ ਜਾਣਗੇ, ਜਦੋਂ ਅਸੀਂ ਸਭਨਾਂ ਨੂੰ ਪਰਮੇਸ਼ਰ ਪਰਮਾਤਮਾ ਦੀ ਅੰਸ਼ ਜਾਣਨਾ ਕਰਾਂਗੇ। ਆਓ ਸਾਹਿਬਾਂ ਦੀ ਅੰਮ੍ਰਿਤ ਬਾਣੀ ਦੀ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਨਾ ਕਰੀਏ ਜੇ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰੀਏ ਗੁਰ ਵਿਚਾਰ, ਨਾਨਕ ਬੇੜੀ ਸਚ ਕੀ। ਤਰੀਏ ਗੁਰ